मैं बहरीन विच काम करदा सी। हर महीने कोई ना कोई अणपछाता व्यक्ति मेरी पत्नी नूं 1 ਲੱਖ रुपए दे के ਇਹ ਕਹਿ ਕੇ ਚਲਾ ਜਾਂਦਾ ਸੀ कि ਇਹ ਪੈਸੇ ਤੁਹਾਡੇ ਪਤੀ ਨੇ ਭੇਜੇ ਹਨ, ਪਰ ਮੇਰੀ ਪਤਨੀ ਮੈਨੂੰ ਫੋਨ ਕਰਕੇ ਦੱਸ ਦਿੰਦੀ ਸੀ। ਮੈਂ ਬਹੁਤ ਚਿੰतित ਹਾਂ ਕਿਉਂਕਿ ਮੈਂ ਆਪਣੀ ਪਤਨੀ ਨੂੰ ਪਿਛਲੇ 1 ਸਾਲ ਤੋਂ ਕੋਈ ਪੈਸਾ ਨਹੀਂ ਭੇਜਿਆ ਸੀ। ਮੈਨੂੰ ਇੱਥੇ ਕੰਮ ਨਹੀਂ ਮਿਲ ਰਿਹਾ ਸੀ। ਇਸ ਵਾਰ ਆਦਮੀ ਨੇ ਮੇਰੀ ਪਤਨੀ ਨੂੰ 60 ਲੱਖ ਰੁਪਏ ਦਿੱਤੇ। ਪਤਨੀ ਨੇ ਉਸ ਪੈਸੇ ਨਾਲ ਨਵਾਂ ਘਰ ਖਰੀਦ ਲਿਆ। ਮੇਰੀ ਪਤਨੀ ਮੈਨੂੰ ਵੀਡੀਓ ਕਾਲ ਤੇ ਘਰ ਦਿਖਾਉਂਦੀ ਸੀ। ਮੈਂ ਉਸੇ ਸਮੇਂ ਭਾਰਤ ਆਇਆ। ਮੇਰਾ ਨਾਮ ਰਮਨ ਹੈ। ਮੇਰੇ ਪਿਤਾ POP ਡਿਜ਼ਾਈਨ ਦੇ ਠੇਕੇਦਾਰ ਸਨ। ਉਹ ਇੱਕ ਵਾਰ ਕਿਸੇ ਘਰ ਦੀ ਦੂਜੀ ਮੰਜ਼ਿਲ ਦੀ ਬਾਲਕੋਨੀ ਦਾ POP ਡਿਜ਼ਾਈਨ ਕਰ ਰਹੇ ਸੀ। ਉਹ ਖਿਸਕ ਗਏ ਅਤੇ ਜ਼ਮੀਨ ਤੇ ਡਿੱਗ ਗਏ। ਉਹਨਾਂ ਦੀ ਲੱਤ ਟੁੱਟ ਗਈ। ਇਹ ਕੰਮ ਕੁਝ ਸਾਲਾਂ ਲਈ ਬਿਲਕੁਲ ਬੰਦ ਹੋ ਗਿਆ। ਜੋ ਪੈਸਾ ਮੈਂ ਬਚਾ ਕੇ ਰੱਖਿਆ ਸੀ ਉਹ ਮੇਰੇ ਪਿਤਾ ਦੇ ਇਲਾਜ ਲਈ ਵਰਤੇ ਗਏ ਸਨ। ਇਸ ਕਾਰਨ ਘਰ ਵਿੱਚ ਭੁੱਖਮਰੀ ਦਾ ਮਾਹੌਲ ਬਣ ਗਿਆ ਸੀ। ਮੈਂ ਛੋਟੀਆਂ ਨੌਕਰੀਆਂ ਕਰਨ ਲੱਗ ਪਿਆ। ਜਦੋਂ ਪਿਤਾ ਨੂੰ ਹੋਸ਼ ਆਇਆ ਤਾਂ ਉਹ ਦੁਬਾਰਾ ਕੰਮ ਕਰਨ ਲੱਗੇ, ਪਰ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ। ਇਸ ਲਈ ਉਹ ਮੁੜ ਘਰ ਦੀ ਸਥਿਤੀ ਨੂੰ ਸਮਝ ਨਹੀਂ ਸਕੇ। ਪਰ ਜਦੋਂ ਮੈਂ ਜਵਾਨ ਹੋਇਆ ਤਾਂ ਆਪਣੇ ਪੈਰਾਂ ਤੇ ਖੜਾ ਹੋ ਗਿਆ ਤੇ ਇੰਨਾ ਕਮਾ ਲਿਆ ਕਿ ਘਰ ਵਿੱਚ ਫਿਰ ਕਦੇ ਭੁੱਖੇ ਰਹੀਏ ਇਹ ਦਿਨ ਨਹੀਂ ਆਏ। ਮੇਰੀ ਮਾਂ ਨੇ ਪਿੰਡ ਦੀ ਇੱਕ ਕੁੜੀ ਨਾਲ ਮੇਰਾ ਵਿਆਹ ਕਰਵਾ ਦਿੱਤਾ। ਮੇਰੀ ਪਤਨੀ ਮੇਰੇ ਨਾਲ ਉਮਰ ਵਿੱਚ ਕਾਫੀ ਛੋਟੀ ਸੀ, ਪਰ ਉਹ ਬਹੁਤ ਹੀ ਸਮਝਦਾਰ ਅਤੇ ਸੁੰਦਰ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਉਸ ਨੇ ਸਾਰਾ ਘਰ ਸੰਭਾਲ ਲਿਆ। ਹੁਣ ਮੈਂ ਵੀ 2-3 ਥਾਵਾਂ ਤੇ ਕੰਮ ਕਰਨ ਲੱਗਾ ਤਾਂ ਜੋ ਘਰ ਦੇ ਹਾਲਾਤ ਬਿਹਤਰ ਹੋ ਜਾਣ। ਵਿਆਹ ਦੇ ਕੁਝ ਸਾਲ ਖੁਸ਼ੀ ਬੀਤ ਗਏ। ਇਸ ਦੌਰਾਨ ਸਾਡੇ ਘਰ 2 ਜੁੜਵਾ ਧੀਆਂ ਅਤੇ ਫਿਰ ਇੱਕ ਹੋਰ ਧੀ ਨੇ ਜਨਮ ਲਿਆ। ਇਹਨਾਂ ਤਿੰਨਾਂ ਦੇ ਆਉਣ ਤੋਂ ਬਾਅਦ ਘਰ ਵਿੱਚ ਹਰ ਕੋਈ ਰੁੱਝਿਆ ਹੋਇਆ ਸੀ। ਸਾਰੇ ਬਹੁਤ ਖੁਸ਼ ਸੀ, ਪਰ ਫਿਰ ਸਥਿਤੀ ਬਦਲ ਗਈ ਅਤੇ ਮੇਰੇ ਪਿਤਾ ਜੀ ਨੂੰ ਇੱਕ ਵੱਡੇ ਘਰ ਵਿੱਚ 3 ਮੰਜ਼ਿਲਾ POP ਦੀ ਨੌਕਰੀ ਮਿਲ ਗਈ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪਿਤਾ ਜੀ ਨੂੰ ਉਸ ਵੱਡੇ ਕੰਮ ਕਾਰਨ ਇੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਸਾਡਾ ਸਾਰਾ ਘਰ ਟੁੱਟ ਜਾਵੇਗਾ। ਪਾਪਾ ਉਹ ਘਰ ਦੀ ਸਾਂਭ ਸੰਭਾਲ ਵਿੱਚ ਰੁੱਝ ਗਏ, ਪਰ ਇੱਕ ਦਿਨ ਇੱਕ ਗਲਤੀ ਹੋ ਗਈ ਜਿਸ ਨੇ ਉਸ ਦੀ ਸਾਰੀ ਮਿਹਨਤ ਬਰਬਾਦ ਕਰ ਦਿੱਤੀ। ਪਾਪਾ ਕਰੀਬ 3 ਮਹੀਨੇ ਤੋਂ ਉਸ ਇਮਾਰਤ ਵਿੱਚ ਕੰਮ ਕਰ ਰਹੇ ਸੀ। ਪਾਪਾ ਨੇ ਉਸ ਘਰ ਦਾ ਡਿਜ਼ਾਈਨ ਤਿਆਰ ਕੀਤਾ ਸੀ। ਉਸ ਘਰ ਦੇ 2-3 ਦਰਵਾਜ਼ੇ ਇੱਕ ਹੋਰ ਰਿਹਾਇਸ਼ੀ ਘਰ ਵੱਲ ਵੀ ਖੁੱਲ ਰਹੇ ਸਨ। ਮੇਰੇ ਪਿਤਾ ਜੀ ਅਕਸਰ ਦੇਰ ਰਾਤ ਤੱਕ ਇਕੱਲੇ ਕੰਮ ਕਰਦੇ ਸਨ। ਇੱਕ ਦਿਨ ਪਿਤਾ ਹੋਰ ਮਜ਼ਦੂਰਾਂ ਨਾਲ ਕੰਮ ਕਰ ਰਹੇ ਸਨ। ਘਰ ਦੇ ਮਾਲਕ ਨੇ ਆ ਕੇ ਪਿਤਾ ਨੂੰ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰ ਐਮਰਜੈਂਸੀ ਕਾਰਨ ਕਿਤੇ ਜਾ ਰਹੇ ਹਨ। ਜੇਕਰ ਪਿਤਾ ਅਤੇ ਉਸ ਦੇ ਮਜ਼ਦੂਰ ਚਾਹੁਣ ਤਾਂ ਉਹ ਕੰਮ ਛੱਡ ਕੇ ਚਲੇ ਜਾ ਸਕਦੇ ਹਨ, ਕਿਉਂਕਿ ਉਹਨਾਂ ਦੀ ਵਾਪਸੀ ਦੀ ਕੋਈ ਖਬਰ ਨਹੀਂ ਹੈ। ਪਾਪਾ ਨੇ ਦੇਖਿਆ ਕਿ ਅਜੇ ਪੂਰਾ ਦਿਨ ਬਾਕੀ ਸੀ। ਉਹ ਲਾਲਚੀ ਹੋ ਗਏ। ਦਿਨ ਬਰਬਾਦ ਕਰਨ ਨਾਲੋਂ ਚੰਗਾ ਹੈ ਪਾਪਾ ਕੰਮ ਕਰਦੇ ਰਹੇ। ਪਾਪਾ ਨੇ ਘਰ ਦੇ ਮਾਲਿਕ ਨੂੰ ਕਿਹਾ ਕਿ ਉਹ ਸ਼ਾਂਤੀ ਨਾਲ ਆਪਣੇ ਘਰ ਦੇ ਬਾਕੀ ਹਿੱਸੇ ਬੰਦ ਕਰਕੇ ਚਲੇ ਜਾਣ। ਪਾਪਾ ਆਪਣਾ ਕੰਮ ਪੂਰਾ ਕਰਕੇ ਹੀ ਵਾਪਸ ਆਉਣਗੇ। ਘਰ ਦੇ ਮਾਲਕ ਨੇ ਸਿਰ ਹਿਲਾਇਆ ਅਤੇ ਉਹ ਆਪਣਾ ਘਰ ਬੰਦ ਕਰਕੇ ਚਲੇ ਗਏ। ਉਸ ਦਿਨ ਮਜ਼ਦੂਰ ਵੀ ਛੁੱਟੀ ਕਰਕੇ ਸਮੇਂ ਸਿਰ ਘਰ ਚਲੇ ਗਏ। ਪਾਪਾ POP ਡਿਜ਼ਾਈਨ ਦਾ ਕੰਮ ਇਕੱਲੇ ਹੀ ਕਰਦੇ ਰਹੇ। ਅੰਤ ਵਿੱਚ ਪਿਤਾ ਜੀ ਆਪਣਾ ਕੰਮ ਖਤਮ ਕਰਕੇ ਉਸ ਘਰ ਦੇ ਗੇਟ ਨੂੰ ਤਾਲਾ ਲਗਾ ਕੇ ਵਾਪਸ ਆਏ ਅਤੇ ਉਸ ਰਾਤ ਉਹਨਾਂ ਨੂੰ ਬਹੁਤ ਰਾਹਤ ਮਿਲੀ ਕਿ ਜਲਦੀ ਹੀ ਕੰਮ ਖਤਮ ਹੋ ਜਾਵੇਗਾ ਅਤੇ ਉਸ ਨੂੰ ਪੈਸੇ ਮਿਲ ਜਾਣਗੇ। ਮੇਰਾ ਚੌਥਾ ਬੱਚਾ ਵੀ ਕੁਝ ਦਿਨਾਂ ਵਿੱਚ ਪੈਦਾ ਹੋਣ ਵਾਲਾ ਸੀ। ਦੇਰ ਰਾਤ ਤੱਕ ਪਰਿਵਾਰ ਦੇ ਸਾਰੇ ਮੈਂਬਰ ਬੈਠੇ ਸਨ ਅਤੇ ਘਰ ਵਿੱਚ ਆਉਣ ਵਾਲੇ ਛੋਟੇ ਮਹਿਮਾਨ ਦੀਆਂ ਗੱਲਾਂ ਕਰ ਰਹੇ ਸਨ। ਫਿਰ ਪਿਤਾ ਜੀ ਥੱਕ ਗਏ ਅਤੇ ਸੋ ਗਏ। ਅਗਲੀ ਸਵੇਰ ਸਾਡੇ ਘਰ ਦਰਵਾਜ਼ੇ ਤੇ ਕਿਸੇ ਦੇ ਆਉਣ ਦੀ ਆਵਾਜ਼ ਆਈ ਤੇ ਮੈਂ ਦਰਵਾਜ਼ਾ ਖੋਲ੍ਹਣ ਗਿਆ। ਸਾਰੇ ਉੱਠ ਕੇ ਬੈਠ ਗਏ। ਜਦੋਂ ਮੈਂ ਜਾ ਕੇ ਦਰਵਾਜ਼ਾ
ਦਰਵਾਜ਼ਾ ਖੋਲ੍ਹਿਆ ਤਾਂ ਮੈਂ ਬਹੁਤ ਘਬਰਾ ਗਿਆ, ਕਿਉਂਕਿ ਸਾਹਮਣੇ ਪੁਲਿਸ ਖੜੀ ਸੀ। ਉਹਨਾਂ ਨੇ ਪਾਪਾ ਬਾਰੇ ਪੁੱਛਿਆ ਸੀ। ਇਸੇ ਸਮੇਂ ਪਾਪਾ ਵੀ ਦਰਵਾਜ਼ੇ ਤੇ ਆ ਗਏ ਸਨ। ਉਹਨਾਂ ਦੇ ਸਵਾਲ ਤੇ ਪਾਪਾ ਨੇ ਆਪਣੀ ਪਛਾਣ ਦੱਸੀ ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਾਡੇ ਨਾਲ ਥਾਣੇ ਆਉਣਾ ਪਵੇਗਾ। ਉਸ ਸਮੇਂ ਸਾਡੇ ਸਾਰੇ ਪਰਿਵਾਰ ਮੈਂਬਰ ਡਰ ਗਏ ਸਨ। ਮੈਂ ਘਬਰਾ ਗਿਆ ਅਤੇ ਪੁਲਿਸ ਵਾਲੇ ਨੂੰ ਕਾਰਨ ਪੁੱਛਿਆ। ਉਸ ਨੇ ਮੇਰੇ ਵੱਲ ਗੁੱਸੇ ਨਾਲ ਦੇਖਿਆ। ਪੁਲਿਸ ਵਾਲਿਆਂ ਦੀਆਂ ਗੱਲਾਂ ਸੁਣ ਕੇ ਸਾਡੇ ਸਾਰੇ ਪਰਿਵਾਰ ਵਾਲੇ ਡਰ ਗਏ। ਪਾਪਾ ਦੇ ਬਾਰ-ਬਾਰ ਪੁੱਛਣ ਤੇ ਪੁਲਿਸ ਵਾਲਿਆਂ ਨੇ ਸਾਨੂੰ ਦੱਸਿਆ ਕਿ ਪਾਪਾ ਜਿਸ ਘਰ ਦੇ ਅੰਦਰੂਨੀ ਹਿੱਸੇ ਨੂੰ ਡਿਜ਼ਾਈਨ ਕਰ ਰਹੇ ਸਨ, ਉੱਥੇ ਕਾਫੀ ਮਾਤਰਾ ਵਿੱਚ ਸੋਨਾ ਅਤੇ ਨਕਦੀ ਚੋਰੀ ਹੋ ਗਈ। ਇਸ ਦਾ ਇੱਕ ਦਰਵਾਜ਼ਾ ਪੁਰਾਣੇ ਘਰ ਵੱਲ ਖੁੱਲਿਆ। ਉਸ ਘਰ ਦਾ ਤਾਲਾ ਤੋੜ ਕੇ ਸਾਰਾ ਸਮਾਨ ਚੋਰੀ ਕਰ ਲਿਆ ਗਿਆ। ਉਹਨਾਂ ਸਾਰਾ ਦੋਸ਼ ਪਾਪਾ ਅਤੇ ਉਹਨਾਂ ਨਾਲ ਕੰਮ ਕਰਦੇ ਮਜ਼ਦੂਰਾਂ ਤੇ ਮੜ ਦਿੱਤਾ ਸੀ। ਉਸ ਮਕਾਨ ਦੇ ਮਾਲਿਕ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਡਿਜ਼ਾਈਨ ਤਿਆਰ ਕਰਨ ਵਾਲਾ ਠੇਕੇਦਾਰ ਘਰ 'ਚ ਦਾਖਲ ਹੋ ਕੇ ਹਰ ਚੀਜ਼ ਦਾ ਜਾਇਜ਼ਾ ਲੈਂਦਾ ਸੀ ਅਤੇ ਜਦੋਂ ਉਹ ਐਮਰਜੈਂਸੀ ਦੀ ਸੂਰਤ 'ਚ ਘਰੋਂ ਨਿਕਲ ਜਾਂਦਾ ਸੀ ਤਾਂ ਡਿਜ਼ਾਈਨ ਤਿਆਰ ਕਰਨ ਵਾਲਾ ਠੇਕੇਦਾਰ ਮੌਕੇ ਦਾ ਫਾਇਦਾ ਉਠਾ ਕੇ ਉੱਥੇ ਹੀ ਰਹਿੰਦਾ ਸੀ। ਅਤੇ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਮੇਰੇ ਪਿਤਾ ਨੇ ਸਹੁੰ ਖਾਧੀ ਕਿ ਉਹ ਚੋਰੀ ਕਰਨ ਵਾਲਾ ਬੰਦਾ ਨਹੀਂ ਹੈ। ਇਹ ਸਭ ਮੇਰੇ ਤੇ ਝੂਠਾ ਇਲਜ਼ਾਮ ਹੈ। ਉਸ ਨੇ ਉਸ ਘਰ ਤੋਂ 1 ਰੁਪਏ ਵੀ ਨਹੀਂ ਲੈਤੇ। ਮੇਰੇ ਪਿਤਾ ਜੀ ਦੇ ਇਹ ਕਹਿਣ ਤੋਂ ਪਹਿਲਾਂ ਮੈਂ ਖੁਦ ਜਾਣਦਾ ਸੀ ਕਿ ਮੇਰੇ ਪਿਤਾ ਜੀ ਅਜਿਹਾ ਕਦੇ ਨਹੀਂ ਕਰ ਸਕਦੇ। ਹਾਲਾਤ ਭਾਵੇਂ ਕਿੰਨੇ ਵੀ ਔਖੇ ਹੋਣ, ਪਰ ਚੋਰੀ ਕਰਨ ਬਾਰੇ ਸੋਚਣਾ ਵੀ ਨਹੀਂ ਚਾਹੀਦਾ। ਕਈ ਵਾਰ ਸਾਡੇ ਘਰ ਸਾਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ ਅਤੇ ਕਦੇ ਕੋਈ ਗਲਤ ਕੰਮ ਨਹੀਂ ਕੀਤਾ। ਇਸ ਲਈ ਪਿਤਾ ਜੀ ਨੂੰ ਜੋ ਲੋੜ ਸੀ ਉਹੀ ਕੀਤਾ। ਜਦੋਂ ਕਿ ਹੁਣ ਉਹ ਸਾਡੇ ਘਰ ਦੀ ਸਥਿਤੀ ਨੂੰ ਸਮਝ ਚੁੱਕੇ ਸਨ, ਫਿਰ ਪੁਲਿਸ ਨੇ ਸਾਡੇ ਪੂਰੇ ਘਰ ਦੀ ਤਲਾਸ਼ੀ ਲਈ ਅਤੇ ਚੋਰੀ ਹੋਏ ਸਮਾਨ ਦੀ ਭਾਲ ਸ਼ੁਰੂ ਕਰ ਦਿੱਤੀ। ਘਰ ਵਿੱਚ ਸੋਨੇ ਦੀ ਇੱਕ ਬਾਲੀ ਵੀ ਮੌਜੂਦ ਨਹੀਂ ਸੀ। ਜਦੋਂ ਕੁਝ ਨਾ ਮਿਲਿਆ ਤਾਂ ਪੁਲਿਸ ਵਾਲਿਆਂ ਨੇ ਮੇਰੇ ਪਿਤਾ ਨੂੰ ਕਾਲਰ ਨਾਲ ਫੜ ਲਿਆ। ਉਹਨਾਂ ਨੂੰ ਘਰੋਂ ਘਸੀਟਿਆ ਅਤੇ ਕਾਰ ਵਿੱਚ ਬਿਠਾਇਆ ਅਤੇ ਉੱਥੇ ਲੈ ਗਏ। ਇਹ ਸੀਨ ਮੇਰੀ ਜ਼ਿੰਦਗੀ ਦਾ ਸਭ ਤੋਂ ਦੁਖਦਾਈ ਸੀਨ ਸੀ। ਪਰ ਇੱਕ ਸਮੇਂ ਜਦੋਂ ਪਾਪਾ ਦੀ ਲੱਤ ਟੁੱਟ ਗਈ ਤਾਂ ਮੈਂ ਪਾਪਾ ਨੂੰ ਖੂਨ ਨਾਲ ਲਥਪਥ ਹਸਪਤਾਲ ਲੈ ਗਿਆ। ਪਰ ਉਸ ਸਮੇਂ ਵੀ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਸੀ। ਪਰ ਅੱਜ ਉਹ ਪਾਪਾ ਨੂੰ ਮੇਰੀਆਂ ਅੱਖਾਂ ਸਾਹਮਣੇ ਬੇਰਹਿਮੀ ਨਾਲ ਘਸੀਟ ਰਹੇ ਸੀ। ਸਾਡੇ ਕਾਨੂੰਨ ਅਤੇ ਸਾਰੇ ਸਰਕਾਰੀ ਕੰਮਾਂ ਵਿੱਚ ਸਿਰਫ ਪੈਸੇ ਦੀ ਹੀ ਇੱਜ਼ਤ ਹੁੰਦੀ ਹੈ। ਇੱਥੇ ਉਮਰ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਸਾਡੇ ਦੇਸ਼ ਨੇ ਕਦੇ ਤਰੱਕੀ ਨਹੀਂ ਕੀਤੀ। ਅਪਰਾਧ ਸਾਬਤ ਹੋਣ ਤੋਂ ਪਹਿਲਾਂ ਹੀ ਗਰੀਬਾਂ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਜਾਂਦਾ ਹੈ। ਮੇਰੀ ਮਾਂ ਰੋਂਦੀ ਰਹੀ ਅਤੇ ਤਾਹਾਂ ਮਾਰਦੀ ਰਹੀ ਅਤੇ ਮੇਰੀਆਂ ਧੀਆਂ ਡਰ ਗਈਆਂ। ਮੇਰੀ ਪਤਨੀ ਆਪਣੀ ਇਸ ਅਵਸਥਾ ਨੂੰ ਦੇਖ ਕੇ ਘਬਰਾ ਗਈ। ਮੇਰੀ ਮਾਂ ਦਾ ਖਿਆਲ ਰੱਖਦਿਆਂ ਉਹ ਕਈ ਵਾਰ ਆਪਣੀਆਂ ਧੀਆਂ ਨੂੰ ਵੀ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦੀ। ਮੈਂ ਵੀ ਮਾਂ ਨੂੰ ਦਿਲਾਸਾ ਦਿੱਤਾ। ਦਰਵਾਜ਼ਾ ਬੰਦ ਕਰਕੇ ਮੈਂ ਘਰੋਂ ਨਿਕਲ ਕੇ ਸਿੱਧਾ ਥਾਣੇ ਚਲਾ ਗਿਆ। ਮੈਂ ਆਪਣੇ ਪਿਤਾ ਨੂੰ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮੈਨੂੰ ਉਹਨਾਂ ਨੇ ਮਿਲਣ ਨਹੀਂ ਦਿੱਤਾ। ਕਾਫੀ ਇੱਧਰ ਉੱਧਰ ਭੱਜ ਦੌੜ ਕਰਨ ਤੋਂ ਬਾਅਦ ਇੱਕ ਦੋਸਤ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਇਸ ਥਾਣੇ ਵਿੱਚ ਤਾਇਨਾਤ ਸੀ, ਪਰ ਉਹ ਇਸ ਸਬੰਧ ਵਿੱਚ ਮੇਰੀ ਕੋਈ ਮਦਦ ਨਹੀਂ ਕਰ ਸਕਦੇ। ਪਰ ਉਹ ਮੈਨੂੰ ਮੇਰੇ ਪਿਤਾ ਬਾਰੇ ਦੱਸ ਸਕਦੇ ਹਨ। ਕਾਂਸਟੇਬਲ ਨੇ ਦੱਸਿਆ ਕਿ ਪਿਤਾ ਵਾਂਗ ਹੋਰ ਮਜ਼ਦੂਰ ਵੀ ਖਾਲੀ ਹੱਥ ਥਾਣੇ ਗਏ ਸਨ। ਸਾਰਿਆਂ ਨੇ ਇਹੀ ਬਿਆਨ ਦਿੱਤਾ ਸੀ। ਉਹ ਆਪਣਾ ਕੰਮ ਮੁਕਾ ਕੇ ਉੱਥੋਂ ਚਲਾ ਗਿਆ। ਕੁਝ ਪੁੱਛਗਿੱਛ ਤੋਂ ਬਾਅਦ ਉਸ ਨੂੰ ਦੱਸਿਆ ਗਿਆ ਕਿ ਚੋਰੀ ਦਾ ਸਾਰਾ ਦੋਸ਼ ਉਸ ਦੇ ਪਿਤਾ ਤੇ ਆ ਗਿਆ। ਪਾਪਾ ਨੂੰ ਜੇਲ੍ਹ ਭੇਜ ਦਿੱਤਾ ਗਿਆ ਕਿਉਂਕਿ ਉਸ ਘਰ ਦੇ ਮਾਲਕ ਨੇ ਕਿਹਾ ਸੀ ਕਿ ਜਦੋਂ ਤੱਕ ਪਾਪਾ ਉਹਨਾਂ ਦਾ ਸੋਨਾ ਵਾਪਸ ਨਹੀਂ ਕਰਦੇ, ਉਦੋਂ ਤੱਕ ਉਸ ਨੂੰ ਜੇਲ੍ਹ ਵਿੱਚ ਹੀ ਰੱਖਿਆ ਜਾਵੇਗਾ।
ਮੈਂ ਉਸ ਘਰ ਦਾ ਪਤਾ ਲਗਾਇਆ ਅਤੇ ਉੱਥੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਉੱਥੇ ਬਹੁਤ ਸਾਰੇ ਲੋਕ ਅਫਸੋਸ ਕਰਨ ਲਈ ਇਕੱਠੇ ਹੋਏ ਸਨ। ਮੈਂ ਉਸ ਆਦਮੀ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ, ਮੇਰੇ ਪਿਤਾ ਜੀ ਅਜਿਹਾ ਨਹੀਂ ਕਰ ਸਕਦੇ। ਮੈਂ ਆਪਣੇ ਪਿਤਾ ਦੀ ਪੂਰੀ ਗਾਰੰਟੀ ਲੈਂਦਾ ਹਾਂ ਕਿ ਉਹ ਚੋਰ ਨਹੀਂ ਹੈ। ਮੈਂ ਤੁਹਾਡੇ ਅੱਗੇ ਹੱਥ ਜੋੜਦਾ ਹਾਂ, ਆਪਣੇ ਬੱਚਿਆਂ ਦੀ ਤਰਫੋਂ ਮੇਰੀ ਮਾਂ ਵਜੋਂ ਤੁਹਾਡੇ ਅੱਗੇ ਸਹੁੰ ਖਾਂਦਾ ਹਾਂ। ਤੁਸੀਂ ਲੋਕ ਪੁਲਿਸ ਨੂੰ ਕਹੋ ਕਿ ਅਸਲ ਚੋਰ ਨੂੰ ਲੱਭਣ ਦੀ ਕੋਸ਼ਿਸ਼ ਕਰੋ, ਕਿਉਂਕਿ ਮੇਰੇ ਪਿਤਾ ਜੀ ਸਾਰੀ ਉਮਰ ਜੇਲ੍ਹ ਵਿੱਚ ਨਹੀਂ ਰਹਿ ਸਕਦੇ। ਉਹ ਤੁਹਾਡਾ ਸਮਾਨ ਵੀ ਕਦੇ ਨਹੀਂ ਮਿਲੇਗਾ। ਉਸ ਆਦਮੀ ਦੇ ਸਾਹਮਣੇ ਮੇਰੇ ਹੱਥ ਪੈਰ ਜੋੜਨ ਤੋਂ ਬਾਅਦ ਵੀ ਉਹ ਆਦਮੀ ਗੁੱਸੇ 'ਚ ਆ ਗਿਆ ਅਤੇ ਮੈਨੂੰ ਧੱਕਾ ਮਾਰਨ ਲੱਗਾ। ਉਹ ਮੈਨੂੰ ਗੁੱਸੇ ਨਾਲ ਕਹਿੰਦਾ ਰਿਹਾ ਕਿ ਤੁਸੀਂ ਗਰੀਬ ਲੋਕ ਦੁਨੀਆ ਦੇ ਸਾਹਮਣੇ ਬੇਕਸੂਰ ਹੋਣ ਦਾ ਢੋਂਗ ਕਰਦੇ ਹੋ, ਆਪਣੇ ਆਪ ਨੂੰ ਗਰੀਬ ਦੱਸਦੇ ਹੋ, ਪਰ ਅਸਲ 'ਚ ਲੋਕਾਂ ਦੇ ਘਰ ਖਾਲੀ ਕਰਕੇ ਆਪਣੀ ਜਾਇਦਾਦ ਬਣਾ ਲੈਂਦੇ ਹੋ। ਮੈਂ ਚੁੱਪਚਾਪ ਉਸ ਵੱਲ ਦੇਖਦਾ ਰਿਹਾ। ਮੇਰੇ ਬਾਰ-ਬਾਰ ਸ਼ਿਕਾਇਤ ਕਰਨ ਦੇ ਬਾਵਜੂਦ ਉਸ ਨੇ ਨਾ ਸਿਰਫ ਆਪਣੀ ਜੀਭ ਵਰਤੀ, ਸਗੋਂ ਮੇਰੇ ਮੂੰਹ ਤੇ ਥੱਪੜ ਵੀ ਮਾਰਿਆ। ਮੈਨੂੰ ਘਰੋਂ ਧੱਕਾ ਦੇ ਕੇ ਕੱਢ ਦਿੱਤਾ ਗਿਆ। ਉਹ ਬੰਦਾ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਸ ਦੇ ਨਾਲ ਖੜੇ ਕੁਝ ਪੜ੍ਹੇ ਲਿਖੇ ਲੋਕ ਵੀ ਸਨ, ਖਾਂਦੇ ਪੀਂਦੇ, ਜੋ ਮੇਰੇ ਨਾਲ ਕੀਤੇ ਜਾ ਰਹੇ ਵਿਵਹਾਰ ਨੂੰ ਦੇਖ ਕੇ ਹੱਸ ਰਹੇ ਸਨ। ਅਸੀਂ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਉਹ ਕਿਸੇ ਦੀ ਗੱਲ ਨਹੀਂ ਸੁਣ ਰਿਹਾ ਸੀ। ਜਦੋਂ ਲੋਕਾਂ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਦੇ ਬੱਚਿਆਂ ਦਾ ਵਿਆਹ ਹੋਣ ਵਾਲਾ ਸੀ। ਉਹ ਸਾਰੇ ਗਹਿਣੇ ਕੁਝ ਦਿਨ ਪਹਿਲਾਂ ਹੀ ਘਰ ਲੈ ਕੇ ਆਇਆ ਸੀ ਅਤੇ ਮੇਰੇ ਪਿਤਾ ਨੇ ਇਹ ਸਭ ਚੋਰੀ ਕਰ ਲਿਆ। ਉਹ ਇਹ ਕਹਿ ਰਿਹਾ ਸੀ ਕਿ ਹੁਣ ਮੈਂ ਆਪਣੀ ਧੀ ਅਤੇ ਜਵਾਈ ਦੇ ਸਹੁਰਿਆਂ ਨੂੰ ਕੀ ਮੂੰਹ ਦਿਖਾਵਾਂਗਾ। ਮੈਂ ਸੋਚ ਰਿਹਾ ਸੀ ਕਿ ਅਮੀਰਾਂ ਦੇ ਘਰ ਸੋਨਾ ਨਾ ਦੇਣ ਨਾਲ ਵਿਆਹ ਨਹੀਂ ਹੋ ਸਕਦਾ, ਕਿ ਉਹਨਾਂ ਦਾ ਵਿਆਹ ਸੋਨੇ ਤੋਂ ਬਿਨਾਂ ਵਧੀਆ ਨਹੀਂ ਹੋਵੇਗਾ। ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਬੱਚਤ ਹਰ ਕਿਸੇ ਲਈ ਮਹੱਤਵਪੂਰਨ ਹੈ, ਚਾਹੇ ਗਰੀਬੀ ਹੋਵੇ ਜਾਂ ਅਮੀਰੀ। ਪਰ ਲੋਕ ਬਿਨਾਂ ਕਿਸੇ ਸਬੂਤ ਦੇ ਇੱਕ ਬੁੱਢੇ ਨੂੰ ਜੇਲ੍ਹ ਪਾ ਕੇ ਉਸ ਦੇ ਪਰਿਵਾਰ ਨੂੰ ਕਿੰਨੀਆਂ ਤਕਲੀਫਾਂ ਪਹੁੰਚਾ ਰਹੇ ਹਨ। ਮੈਂ ਉਦਾਸ ਹੋ ਕੇ ਉੱਠਿਆ ਤੇ ਘਰ ਪਹੁੰਚ ਗਿਆ, ਪਰ ਮੈਂ ਆਪਣੇ ਘਰ ਦਾ ਦਰਵਾਜ਼ਾ ਬੰਦ ਦੇਖ ਕੇ ਹੈਰਾਨ ਰਹਿ ਗਿਆ। ਡਰ ਕੇ ਆਪਣੇ ਕਮਰੇ ਦਾ ਦਰਵਾਜ਼ਾ ਖੜਕਾਇਆ ਅਤੇ ਆਪਣੀ ਪਤਨੀ ਅਤੇ ਮਾਂ ਨੂੰ ਪੁੱਛਿਆ ਤਾਂ ਉਹਨਾਂ ਕਿਹਾ, ਸ਼ਾਮ ਨੂੰ ਜਦੋਂ ਮੇਰੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ ਤਾਂ ਮੇਰੀ ਮਾਂ ਉਸ ਨੂੰ ਨੇੜਲੇ ਹਸਪਤਾਲ ਲੈ ਗਈ। ਮੈਂ ਵੀ ਭੱਜਿਆ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੇਰੀ ਮਾਂ ਉਦਾਸ ਸੀ। ਜਦੋਂ ਮੈਂ ਆਪਣੀ ਮਾਂ ਕੋਲ ਪਹੁੰਚਿਆ ਤਾਂ ਉਹ ਮੇਰੇ ਪਿਤਾ ਬਾਰੇ ਆਸ-ਪਾਸ ਦੇ ਲੋਕਾਂ ਤੋਂ ਪੁੱਛਣ ਲੱਗੀ। ਮੈਂ ਨਿਰਾਸ਼ ਹੋ ਕੇ ਸਿਰ ਝੁਕਾ ਲਿਆ। ਉਹ ਚੁੱਪ ਹੋ ਗਈ। ਮੈਂ ਮਾਂ ਨੂੰ ਦਿਲਾਸਾ ਦਿੱਤਾ। ਮੇਰੀ ਪਤਨੀ ਬਾਰੇ ਪੁੱਛਿਆ ਤਾਂ ਇੱਕ ਨਰਸ ਨੇ ਮੈਨੂੰ ਵਧਾਈਆਂ ਦਿੱਤੀਆਂ, ਕਿਉਂਕਿ ਇਸ ਵਾਰ ਮੇਰੇ ਘਰ ਇੱਕ ਪੁੱਤਰ ਹੋਇਆ ਸੀ। ਮੇਰੀ ਮਾਂ ਵੀ ਬਹੁਤ ਖੁਸ਼ ਸੀ, ਪਰ ਪਾਪਾ ਬਾਰੇ ਦੱਸਣ ਤੋਂ ਬਾਅਦ ਮੇਰੀ ਮਾਂ ਫੁੱਟ-ਫੁੱਟ ਕੇ ਰੋਣ ਲੱਗ ਪਈ। ਜਦੋਂ ਮੈਂ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ ਕਿ ਕਾਸ਼ ਅਸੀਂ ਲਾਲਚੀ ਨਾ ਹੁੰਦੇ ਤਾਂ ਤੁਹਾਡੇ ਪਿਤਾ ਨੂੰ ਇਹ ਨੌਕਰੀ ਲੈਣ ਤੋਂ ਇਨਕਾਰ ਕਰ ਦਿੰਦੇ। ਵੈਸੇ ਵੀ ਉਸ ਦੀ ਸਿਹਤ ਪਹਿਲਾਂ ਵਰਗੀ ਨਹੀਂ ਸੀ। ਮੈਂ ਆਪਣੀ ਮਾਂ ਨੂੰ ਛਾਤੀ ਨਾਲ ਲਾ ਕੇ ਦਿਲਾਸਾ ਦਿੰਦਾ ਰਿਹਾ, ਪਾਪਾ ਬੇਕਸੂਰ ਹਨ ਅਤੇ ਇਹ ਜਲਦੀ ਹੀ ਸਾਬਿਤ ਹੋ ਜਾਵੇਗਾ। ਮੇਰੀ ਪਤਨੀ ਦੀ ਹਾਲਤ ਸੁਧਰ ਗਈ ਅਤੇ ਮੈਂ ਉਸ ਨੂੰ ਘਰ ਲੈ ਆਇਆ। ਮੈਂ ਮੇਰੇ ਪਿਤਾ ਲਈ ਵੀ ਦੌੜ ਰਿਹਾ ਸੀ। ਉਸ ਦਿਨ ਦੀ ਬੇਇੱਜ਼ਤੀ ਨੂੰ ਭੁੱਲ ਕੇ ਮੈਂ ਫਿਰ ਉਸ ਮਾਲਿਕ ਦੇ ਘਰ ਵਾਪਸ ਗਿਆ, ਕਿਉਂਕਿ ਮੈਂ ਗਰੀਬ ਵਿਅਕਤੀ ਆਪਣੇ ਪਿਤਾ ਲਈ ਵਕੀਲ ਨਹੀਂ ਕਰ ਸਕਦਾ ਸੀ। ਮੈਨੂੰ ਰੱਬ ਦਾ ਸਹਾਰਾ ਸੀ। ਉਸ ਤੋਂ ਬਾਅਦ ਉਸ ਨੂੰ ਅਜਿਹੇ ਇਨਸਾਨ ਦਾ ਸਹਾਰਾ ਮਿਲਿਆ ਜੋ ਪਾਪਾ ਨੂੰ ਬੇਕਸੂਰ ਮੰਨ ਕੇ ਉਸ ਨੂੰ ਮਾਫ ਕਰ ਦੇਵੇਗਾ। ਪਰ ਉਹ ਮੇਰੀ
ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਸ ਨੂੰ ਯਕੀਨ ਸੀ ਕਿ ਉਸ ਦੇ ਪੈਸੇ ਲੁਕੋ ਰਹੇ ਸੀ। ਜੇ ਮੈਂ ਉਸ ਦੀਆਂ ਚੀਜ਼ਾਂ ਵਾਪਸ ਕਰ ਦੇਵਾਂ ਤਾਂ ਉਹ ਪਾਪਾ ਨੂੰ ਮਾਫ ਕਰ ਦੇਣਗੇ। ਇਸ ਦੌਰਾਨ ਮੈਂ ਆਪਣੇ ਪਿਤਾ ਨੂੰ ਕਈ ਵਾਰ ਮਿਲਿਆ ਸੀ। ਮੈਂ ਪਾਪਾ ਨੂੰ ਮਿਲਣ ਗਿਆ। ਪਾਪਾ ਦੀ ਹਾਲਤ ਦੇਖ ਕੇ ਮੇਰਾ ਸੀਨਾ ਤਾਰ-ਤਾਰ ਹੋ ਗਿਆ ਸੀ। ਉਹ ਜੇਲ੍ਹ ਦੇ ਇੱਕ ਕੋਨੇ ਵਿੱਚ ਬਹੁਤ ਬਿਮਾਰ ਅਤੇ ਬੁਰੀ ਹਾਲਤ ਵਿੱਚ ਬੈਠੇ ਸੀ। ਜਦੋਂ ਮੈਂ ਆਪਣੇ ਬੇਟੇ ਬਾਰੇ ਦੱਸਿਆ ਤਾਂ ਉਹ ਬਹੁਤ ਖੁਸ਼ ਹੋ ਗਏ ਅਤੇ ਕਿਹਾ ਕਿ ਆਪਣੇ ਬੱਚਿਆਂ ਨੂੰ ਮੇਰੇ ਬਾਰੇ ਕੁਝ ਨਾ ਦੱਸੋ। ਉਹਨਾਂ ਨੂੰ ਦੱਸੋ ਕਿ ਮੈਂ ਕਿਸੇ ਕੰਮ ਲਈ ਦੂਜੇ ਸ਼ਹਿਰ ਗਿਆ ਹਾਂ। ਮੈਂ ਨਹੀਂ ਚਾਹੁੰਦਾ। ਇਹ ਸੁਣ ਕੇ ਉਹ ਸੋਚਣ ਲੱਗੇ ਕਿ ਸ਼ਾਇਦ ਉਸ ਦਾ ਦਾਦਾ ਚੋਰ ਸੀ। ਪਿਤਾ ਜੀ ਦੇ ਇਹਨਾਂ ਸ਼ਬਦਾਂ ਨੂੰ ਸੁਣ ਕੇ ਮੇਰਾ ਮਨ ਦੁਖੀ ਹੋ ਗਿਆ। ਗਰੀਬੀ ਕਈ ਵਾਰ ਇਨਸਾਨ ਨੂੰ ਬਹੁਤ ਲਾਚਾਰ ਬਣਾ ਦਿੰਦੀ ਹੈ। ਹੁਣ ਪਹਿਲੀ ਵਾਰ ਮੈਨੂੰ ਆਪਣੀ ਗਰੀਬੀ ਦਾ ਦੁੱਖ ਹੋਇਆ। ਮੈਂ ਪਹਿਲੀ ਵਾਰ ਸੋਚਿਆ ਕਿ ਜੇਕਰ ਮੈਂ ਅਮੀਰ ਹੁੰਦਾ ਤਾਂ ਅੱਜ ਇਹ ਹਾਲਾਤ ਨਾ ਹੁੰਦੇ। ਪਾਪਾ ਨੂੰ ਬੇਕਸੂਰ ਹੋਣ ਦੇ ਨਾਤੇ ਇਸ ਤਰ੍ਹਾਂ ਜੇਲ੍ਹ ਨਹੀਂ ਜਾਣਾ ਪੈਂਦਾ। ਮੈਨੂੰ ਕਿਸੇ ਦੇ ਪੈਰੀ ਪੈਣ ਦੀ ਲੋੜ ਨਹੀਂ ਸੀ। ਜਦੋਂ ਮੈਂ ਆਪਣੇ ਪਿਤਾ ਨੂੰ ਇਹ ਗੱਲ ਦੁਹਰਾਈ ਤਾਂ ਮੈਨੂੰ ਸਮਝ ਆਉਣ ਲੱਗੀ ਕਿ ਗਰੀਬੀ ਕੋਈ ਮਾੜੀ ਚੀਜ਼ ਨਹੀਂ ਹੈ। ਇਹ ਕੇਵਲ ਪਰਮਾਤਮਾ ਹੀ ਹੈ ਜੋ ਮਨੁੱਖ ਦੀ ਸਥਿਤੀ ਅਤੇ ਉਸ ਦੇ ਜੀਵਨ ਦਾ ਫੈਸਲਾ ਕਰਦਾ ਹੈ। ਰੱਬ ਕਦੇ ਵੀ ਇਨਸਾਨ ਨਾਲ ਬੇਈਮਾਨੀ ਨਹੀਂ ਕਰਦਾ। ਆਪਣੀਆਂ ਪਤਨੀਆਂ ਨਾਲ ਦੁਰਵਿਵਹਾਰ ਕਰਨ ਵਾਲੇ ਉਹ ਧਰਤੀ ਹੇਠਲੇ ਲੋਕ ਹਨ ਜੋ ਗਰੀਬਾਂ ਨੂੰ ਜ਼ੁਲਮ ਦੀ ਚੱਕੀ ਵਿੱਚ ਪੀਸ ਕੇ ਆਪਣੇ ਆਪ ਨੂੰ ਸਹੀ ਅਤੇ ਚੰਗੇ ਇਨਸਾਨ ਸਮਝਦੇ ਹਨ। ਮੈਂ ਆਪਣੇ ਪਿਤਾ ਨੂੰ ਦਿਲਾਸਾ ਦੇ ਕੇ ਘਰ ਪਰਤਿਆ। ਪਾਪਾ ਨੂੰ ਘਰ ਵਾਪਸ ਆਉਣਾ ਨਸੀਬ ਨਹੀਂ ਸੀ ਹੋਇਆ। ਜੇਲ੍ਹ ਵਿੱਚ ਬਿਮਾਰ ਅਤੇ ਕਮਜ਼ੋਰ ਹੋ ਗਏ ਸਨ। ਮੈਂ ਆਪਣੇ ਮਾਤਾ ਪਿਤਾ ਦੀਆਂ ਮੁਸ਼ਕਿਲਾਂ ਤੋਂ ਬਹੁਤ ਪਰੇਸ਼ਾਨ ਸੀ। 1 ਸਾਲ ਬਾਅਦ ਮੇਰੀ ਮਾਂ ਦਾ ਸਬਰ ਵੀ ਮੁੱਕ ਗਿਆ ਅਤੇ ਉਹ ਮੇਰੇ ਪਿਤਾ ਦੀ ਉਡੀਕ ਕਰਦੀ ਰਹੀ ਜੋ ਦੁਨੀਆ ਤੋਂ ਚਲਾ ਗਿਆ ਸੀ। ਮੈਂ ਹੁਣੇ ਹੀ ਆਪਣੀ ਮਾਂ ਨੂੰ ਪਿਤਾ ਦੀ ਮੌਤ ਬਾਰੇ ਦੱਸਣ ਬਾਰੇ ਸੋਚ ਰਿਹਾ ਸੀ। ਦੋਹਾਂ ਜਹਾਨਾਂ ਦੇ ਲੋਕਾਂ ਵੱਲੋਂ ਬੇਇੱਜ਼ਤ ਹੋ ਕੇ ਉਹ ਪਰਮਾਤਮਾ ਨੂੰ ਪਿਆਰੇ ਹੋ ਗਏ। ਮੈਂ ਉਸ ਦੁੱਖ ਨੂੰ ਆਪਣੇ ਸੀਨੇ ਵਿੱਚ ਦਫਨ ਕਰ ਲਿਆ। ਮੈਂ ਆਪਣੀ ਪਤਨੀ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਸਖਤ ਮਿਹਨਤ ਵਿੱਚ ਰੁੱਝਿਆ ਹੋਇਆ ਸੀ। ਪਰ ਕੌਣ ਜਾਣਦਾ ਹੈ ਕਿ ਕਿਸਮਤ ਵਿੱਚ ਹੋਰ ਕੁਝ ਹੀ ਲਿਖਿਆ ਸੀ। ਮੇਰਾ ਕੰਮ ਹਰ ਪਾਸੇ ਖਤਮ ਹੋਣ ਲੱਗਾ। ਮੈਂ 2 ਸਾਲ ਬੜੀ ਮਿਹਨਤ ਨਾਲ ਬਿਤਾਏ ਪਰ ਘਰ ਵਿੱਚ ਕਾਲ ਪੈ ਗਿਆ। ਸਾਡੇ ਮਾਸੂਮ ਬੱਚਿਆਂ ਨੂੰ ਭੁੱਖ ਨਾਲ ਰੋਂਦੇ ਦੇਖ ਕੇ ਮੈਂ ਥੱਕ ਗਿਆ ਸੀ। ਮੈਂ ਲੋਕਾਂ ਤੋਂ ਕਰਜ਼ਾ ਲੈ ਕੇ ਪੈਸੇ ਜਮ੍ਹਾਂ ਕਰਵਾਏ ਅਤੇ ਬਾਹਰ ਚਲਾ ਗਿਆ। ਪਰ ਘਰ ਵਿੱਚ ਭੁੱਖਮਰੀ ਦਾ ਮਾਹੌਲ ਸੀ। ਮੈਂ ਆਪਣੇ ਮਾਸੂਮ ਬੱਚਿਆਂ ਨੂੰ ਭੁੱਖ ਨਾਲ ਰੋਂਦੇ ਦੇਖ ਕੇ ਥੱਕ ਗਿਆ ਸੀ। ਮੈਂ ਬਹਿਰੀਨ ਦੇ ਇੱਕ ਮੰਦਰ ਵਿੱਚ ਸਫਾਈ ਦਾ ਕੰਮ ਕਰਦਾ ਸੀ ਪਰ ਮੈਂ ਘਰ ਪੈਸੇ ਨਹੀਂ ਭੇਜ ਸਕਿਆ ਕਿਉਂਕਿ ਜਿਸ ਆਦਮੀ ਨੇ ਮੈਨੂੰ ਇਸ ਕੰਮ ਲਈ ਰੱਖਿਆ ਪਰ ਉਹ ਮੇਰੀ ਅੱਧੀ ਤੋਂ ਵੱਧ ਤਨਖਾਹ ਆਪ ਰੱਖ ਲੈਂਦਾ ਸੀ ਅਤੇ ਇਹੀ ਮੈਨੂੰ ਪਰੇਸ਼ਾਨ ਕਰ ਰਿਹਾ ਸੀ। ਪਰ ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਫੋਨ ਤੇ ਦੱਸਿਆ ਕਿ ਮੇਰੇ ਵੱਲੋਂ ਭੇਜੇ ਗਏ 2 ਲੱਖ ਰੁਪਏ ਉਸਨੇ ਸਾਡੀਆਂ ਧੀਆਂ ਲਈ ਖਰੀਦਦਾਰੀ ਕੀਤੀ ਹੈ ਅਤੇ ਛੋਟੇ ਕਰਜ਼ੇ ਵੀ ਅਦਾ ਕੀਤੇ ਹਨ। ਮੈਂ ਇਹ ਸੁਣ ਕੇ ਹੈਰਾਨ ਹਾਂ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਮੈਂ 1 ਰੁਪਇਆ ਵੀ ਨਹੀਂ ਭੇਜਿਆ ਸੀ। ਮੈਂ ਆਪਣੀ ਪਤਨੀ ਦੀ ਖੁਸ਼ੀ ਅਤੇ ਬੱਚਿਆਂ ਦੀ ਚਹਿਲ ਪਹਿਲ ਕਰਕੇ ਸੱਚ ਨੂੰ ਛੁਪਾਇਆ। ਹੁਣ ਮੈਂ ਸੋਚ ਰਿਹਾ ਸੀ ਕਿ ਮੈਂ ਤਾਂ ਪੈਸੇ ਹੀ ਨਹੀਂ ਭੇਜ ਰਿਹਾ, ਫਿਰ ਮੇਰੀ ਪਤਨੀ ਨੂੰ ਪੈਸੇ ਕੌਣ ਭੇਜਦਾ ਹੈ। ਮੈਂ ਅਜੇ ਇਸ ਗੱਲ ਨੂੰ ਭੁੱਲ ਵੀ ਨਹੀਂ ਸਕਿਆ ਸੀ ਕਿ ਅਗਲੇ ਮਹੀਨੇ ਫਿਰ ਮੇਰੀ ਪਤਨੀ ਨੇ ਮੈਨੂੰ
ਇੰਨੇ ਹੀ ਪੈਸੇ ਮਿਲਣ ਦੀ ਸੂਚਨਾ ਦਿੱਤੀ ਅਤੇ ਕਿਹਾ ਕਿ ਕਿਸੇ ਆਦਮੀ ਨੇ ਉਸ ਨੂੰ ਪੈਸੇ ਦਿੱਤੇ ਹਨ। ਉਸ ਨੇ ਕਿਹਾ ਕਿ ਇਹ ਪੈਸੇ ਤੁਹਾਡੇ ਪਤੀ ਨੇ ਭੇਜੇ ਹਨ। ਮੈਂ ਆਪਣੀ ਪਤਨੀ ਨੂੰ ਰੋਕਣਾ ਚਾਹੁੰਦਾ ਸੀ, ਪਰ ਹਰ ਵਾਰ ਬੱਚਿਆਂ ਨੇ ਉਸ ਪੈਸੇ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਵਰਤਿਆ ਅਤੇ ਖੁਸ਼ੀ ਪ੍ਰਗਟ ਕੀਤੀ। ਪਰ ਜਦੋਂ ਮੇਰੀ ਪਤਨੀ ਨੂੰ ਕਈ ਮਹੀਨੇ ਲਗਾਤਾਰ ਇਸ ਤਰੀਕੇ ਨਾਲ 1 ਲੱਖ ਰੁਪਏ ਮਿਲੇ ਤਾਂ ਮੈਂ ਹੈਰਾਨ ਰਹਿ ਗਿਆ ਅਤੇ ਮੈਨੂੰ ਪਤਾ ਨਹੀਂ ਲੱਗਾ ਕਿ ਇਹ ਕੌਣ ਸੀ ਜੋ ਮੇਰੀ ਪਤਨੀ ਨੂੰ ਹਰ ਮਹੀਨੇ ਮੇਰੇ ਨਾਮ ਤੇ 1 ਲੱਖ ਰੁਪਇਆ ਮੇਰੇ ਘਰ ਭੇਜਦਾ ਸੀ। ਇਹ ਗੱਲ ਮੈਨੂੰ ਬਹੁਤ ਬੇਚੈਨ ਕਰ ਰਹੀ ਸੀ। ਇੰਨੀ ਵੱਡੀ ਰਕਮ ਦੇ ਬਦਲੇ ਕੱਲ ਨੂੰ ਕੁਝ ਵੀ ਕੀਤਾ ਜਾ ਸਕਦਾ ਸੀ। ਉਸ ਆਦਮੀ ਨੇ ਮੇਰੀ ਪਤਨੀ ਨੂੰ ਇੱਕ ਵਾਰ ਫਿਰ 60 ਲੱਖ ਰੁਪਏ ਦਿੱਤੇ ਸਨ ਅਤੇ ਮੇਰੀ ਪਤਨੀ ਨੇ ਵੀ ਨਵਾਂ ਘਰ ਖਰੀਦ ਲਿਆ ਸੀ। ਇਸ ਸੰਬੰਧੀ ਮੈਂ ਸਾਰਾ ਕੰਮ ਛੱਡ ਕੇ ਭਾਰਤ ਆ ਗਿਆ। ਜਦੋਂ ਮੈਂ ਘਰ ਪਹੁੰਚਿਆ ਤਾਂ ਦੇਖਿਆ ਕਿ ਮੇਰੇ ਘਰ ਦੇ ਹਾਲਾਤ ਕਾਫੀ ਹੱਦ ਤੱਕ ਬਦਲ ਚੁੱਕੇ ਸਨ। ਘਰ ਵਿੱਚ ਖਾਣ ਪੀਣ ਦਾ ਵਧੀਆ ਪ੍ਰਬੰਧ ਸੀ ਅਤੇ ਮੇਰੀ ਪਤਨੀ ਨੂੰ ਹਰ ਮਹੀਨੇ ਮਿਲਣ ਵਾਲੇ 1 ਲੱਖ ਰੁਪਏ ਨਾਲ ਉਸ ਨੇ ਸਾਰਾ ਕਰਜ਼ਾ ਚੁਕਾ ਦਿੱਤਾ ਸੀ ਅਤੇ ਨਵਾਂ ਘਰ ਵੀ ਖਰੀਦ ਲਿਆ ਸੀ। ਮੇਰੀ ਜ਼ਿੰਦਗੀ ਹੁਣ ਸੌਖੀ ਹੋ ਗਈ ਸੀ, ਪਰ ਮੈਨੂੰ ਚੁੱਪਚਾਪ ਉਹਨਾਂ ਲੋਕਾਂ ਦਾ ਨਾਮ ਅਤੇ ਕਾਰਨ ਜਾਣਨਾ ਪਿਆ ਜਿਨ੍ਹਾਂ ਨੇ ਮੈਨੂੰ ਪੈਸੇ ਦਿੱਤੇ ਸਨ। ਮੈਂ ਮਹੀਨਾ ਖਤਮ ਹੋਣ ਦੀ ਉਡੀਕ ਕਰਨ ਲੱਗਾ। ਜਦੋਂ ਉਹ ਵਿਅਕਤੀ ਪੈਸੇ ਦੇਣ ਆਇਆ ਤਾਂ ਮੈਂ ਦਰਵਾਜ਼ਾ ਖੋਲ੍ਹਣ ਗਿਆ। ਉਹ ਬੰਦਾ ਮੈਨੂੰ ਦੇਖ ਕੇ ਡਰ ਗਿਆ। ਮੈਂ ਉਸ ਨੂੰ ਰੋਕਿਆ ਅਤੇ ਉਸ ਨੂੰ ਸਖਤੀ ਨਾਲ ਸਵਾਲ ਕੀਤਾ, ਉਹ ਕੌਣ ਹੈ ਅਤੇ ਹਰ ਮਹੀਨੇ ਪੈਸੇ ਦੇਣ ਮੇਰੇ ਘਰ ਕਿਉਂ ਆਉਂਦਾ ਹੈ? ਜਦੋਂ ਉਸ ਨੇ ਮੇਰੇ ਸਵਾਲ ਤੇ ਆਪਣਾ ਸਿਰ ਝੁਕਾਇਆ ਤਾਂ ਮੈਨੂੰ ਬਹੁਤ ਗੁੱਸਾ ਆਇਆ। ਉਸ ਨੇ ਕਿਹਾ ਕਿ ਮੈਂ ਉਸ ਵਿਅਕਤੀ ਦਾ ਪੁੱਤਰ ਹਾਂ ਜਿਸ ਨੇ ਮੇਰੇ ਪਿਤਾ ਨੂੰ ਚੋਰੀ ਦੇ ਦੋਸ਼ ਵਿੱਚ ਜੇਲ੍ਹ ਵਿੱਚ ਧੱਕ ਦਿੱਤਾ ਸੀ। ਇਹ ਸੁਣ ਕੇ ਮੇਰੇ ਅੰਦਰ ਗੁੱਸੇ ਦੀ ਲਹਿਰ ਦੌੜ ਗਈ। ਮੈਂ ਉਸ ਨੂੰ ਉਸ ਦੇ ਪਿਤਾ ਵਾਂਗ ਧੋਖਾ ਨਹੀਂ ਦਿੱਤਾ, ਪਰ ਮੈਂ ਉਸ ਨੂੰ ਇਹ ਜ਼ਰੂਰ ਕਿਹਾ ਕਿ ਮੈਨੂੰ ਅਜਿਹੇ ਅਸੰਵੇਦਨਸ਼ੀਲ ਅਤੇ ਨੀਵੇਂ ਦਿਲ ਅਤੇ ਪੈਸੇ ਵਾਲੇ ਲੋਕਾਂ ਦੀ ਮਦਦ ਦੀ ਲੋੜ ਨਹੀਂ ਹੈ, ਇਸ ਲਈ ਪੈਸੇ ਵਾਪਸ ਲੈ ਲਓ। ਮੇਰੀ ਟਿੱਪਣੀ ਤੇ ਲੜਕੇ ਨੇ ਕਿਹਾ ਕਿ ਤੁਸੀਂ ਇਹ ਜਾਣਨਾ ਨਹੀਂ ਚਾਹੋਗੇ ਕਿ ਮੈਂ ਤੁਹਾਡੇ ਘਰ ਇੰਨੀ ਵੱਡੀ ਰਕਮ ਕਿਉਂ ਦਿੰਦਾ ਰਿਹਾ। ਇਸ ਸਵਾਲ ਨੇ ਮੈਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ। ਮੈਂ ਇਸ ਦਾ ਕਾਰਨ ਜਾਣਨਾ ਚਾਹੁੰਦਾ ਸੀ। ਜਦੋਂ ਮੈਂ ਚੁੱਪ ਰਿਹਾ ਤਾਂ ਮੁੰਡੇ ਨੇ ਹੌਲੀ-ਹੌਲੀ ਸਭ ਕੁਝ ਦੱਸ ਦਿੱਤਾ। ਉਸ ਦੇ ਦੱਸੇ ਕਾਰਨ ਨੇ ਮੇਰੀ ਰੂਹ ਨੂੰ ਵੀ ਹਿਲਾ ਕੇ ਰੱਖ ਦਿੱਤਾ ਸੀ। ਮੈਂ ਉਸ ਮੁੰਡੇ ਨੂੰ ਦੇਖਦਾ ਰਿਹਾ। ਮੇਰੀਆਂ ਅੱਖਾਂ ਹੰਝੂਆਂ ਨਾਲ ਭਿੱਜ ਗਈਆਂ ਸਨ। ਉਹ ਦੱਸ ਰਿਹਾ ਸੀ ਕਿ ਜਦੋਂ ਉਸ ਦੇ ਘਰ ਚੋਰੀ ਦੀ ਘਟਨਾ ਵਾਪਰੀ ਤਾਂ ਉਹ ਬਹੁਤ ਛੋਟਾ ਸੀ ਅਤੇ ਹੋਸਟਲ ਵਿੱਚ ਪੜ੍ਹਦਾ ਸੀ। ਉਸ ਦੇ ਵੱਡੇ ਭਰਾ ਅਤੇ ਭੈਣ ਦੇ ਵਿਆਹ ਵਾਲੇ ਦਿਨ ਇਹ ਗੱਲ ਉਸ ਦੇ ਸਾਹਮਣੇ ਆਈ ਸੀ। ਜਦੋਂ ਮੈਂ ਪਹਿਲੀ ਵਾਰ ਤੁਹਾਡੇ ਪਿਤਾ ਜੀ ਦੇ ਘਰ ਗਿਆ ਸੀ ਅਤੇ ਉਸ ਨੂੰ ਆਪਣੀ ਬੇਗੁਨਾਹੀ ਬਾਰੇ ਦੱਸਿਆ ਸੀ, ਮੈਂ ਤੁਹਾਡੇ ਪਿਤਾ ਦੇ ਹੱਥੋਂ ਜਲੀਲ ਹੋ ਗਿਆ ਸੀ। ਇਹ ਸੁਣ ਕੇ ਉਹ ਮੁੰਡਾ ਪਰੇਸ਼ਾਨ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦੇ ਘਰ ਹੋਈ ਚੋਰੀ ਪਿੱਛੇ ਉਸ ਦੀ ਭੈਣ ਦਾ ਹੱਥ ਹੈ। ਉਸ ਦਾ ਕਿਸੇ ਮੁੰਡੇ ਨਾਲ ਅਫੇਅਰ ਚੱਲ ਰਿਹਾ ਸੀ। ਉਹ ਆਪਣੇ ਵਿਆਹ ਤੋਂ ਨਾਖੁਸ਼ ਸੀ। ਉਸ ਘਰ ਨੂੰ ਆਪਣੇ ਮਾਤਾ-ਪਿਤਾ ਨੂੰ ਛੱਡਣ ਸਮੇਂ ਉਸ ਨੇ ਖੁਦ ਆਪਣੇ ਪ੍ਰੇਮੀ ਨੂੰ ਘਰ ਖਾਲੀ ਹੋਣ ਦੀ ਸੂਚਨਾ ਦਿੱਤੀ ਸੀ।
ਜਿਵੇਂ ਹੀ ਮੇਰੇ ਪਿਤਾ ਘਰ ਤੋਂ ਬਾਹਰ ਨਿਕਲੇ, ਉਹ ਲੜਕਾ ਆਪਣੇ ਕੁਝ ਦੋਸਤਾਂ ਨਾਲ ਘਰ ਵਿੱਚ ਦਾਖਲ ਹੋ ਗਿਆ। ਪੈਸੇ ਅਤੇ ਸੋਨਾ ਚੋਰੀ ਕਰਕੇ ਭੱਜ ਗਿਆ। ਉਹਨਾਂ ਵਿਚਕਾਰ ਇਹ ਤੈਅ ਹੋਇਆ ਸੀ ਕਿ ਉਹ ਬਾਅਦ ਵਿੱਚ ਘਰੋਂ ਭੱਜ ਕੇ ਵਿਆਹ ਕਰ ਲਵੇਗਾ, ਪਰ ਲੜਕੇ ਨੇ ਚੋਰੀ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਦੀ ਭੈਣ ਨੂੰ ਛੱਡ ਦਿੱਤਾ ਅਤੇ ਵਾਪਸ ਨਹੀਂ ਆਇਆ। ਲੜਕੀ ਦਾ ਵਿਆਹ ਹੋ ਗਿਆ ਅਤੇ ਵਿਆਹ ਦੇ 4 ਮਹੀਨੇ ਬਾਅਦ ਹੀ ਉਸ ਦਾ ਪ੍ਰੇਮੀ ਉਸ ਨੂੰ ਬਲੈਕਮੇਲ ਕਰਦੇ ਉਸ ਤੋਂ ਪੈਸੇ ਦੀ ਮੰਗ ਕਰਨ ਲੱਗਾ ਅਤੇ ਫਿਰ ਉਸ ਦੀ ਭੈਣ ਦੇ ਪਤੀ ਨੂੰ ਵੀ ਇਹ ਸਭ ਪਤਾ ਲੱਗਾ। ਉਸ ਨੇ ਤਲਾਕ ਦੇ ਕੇ ਮੇਰੀ ਭੈਣ ਨੂੰ ਘਰ ਭੇਜ ਦਿੱਤਾ। ਜਿਸ ਲੜਕੇ ਨੇ ਮੈਨੂੰ ਪੈਸੇ ਦਿੱਤੇ, ਉਹ ਆਪਣੇ ਪਿਤਾ ਨੂੰ ਗਰੀਬ ਮਜ਼ਦੂਰ ਨੂੰ ਜੇਲ੍ਹ ਵਿੱਚੋਂ ਛਡਾਉਣ ਲਈ ਮਨਾਉਣ ਲੱਗਾ, ਕਿਉਂਕਿ ਉਹ ਬੇਕਸੂਰ ਹੈ। ਪਰ ਉਸ ਦਾ ਪਿਤਾ ਆਪਣੀ ਇੱਜ਼ਤ ਲਈ ਚੁੱਪ ਰਿਹਾ। ਮੇਰੇ ਪਿਤਾ ਨੂੰ ਨਿਰਦੋਸ਼ ਸਾਬਿਤ ਕਰਨ ਲਈ ਉਸ ਨੂੰ ਆਪਣੀ ਧੀ ਦੇ ਰਾਜ ਦਾ ਖੁਲਾਸਾ ਕਰਨਾ ਪਵੇਗਾ ਅਤੇ ਜਦੋਂ 1 ਸਾਲ ਬਾਅਦ ਉਸ ਜ਼ਾਲਮ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਜੇਲ੍ਹ ਵਿੱਚ ਮੇਰੇ ਪਿਤਾ ਕੋਲ ਗਿਆ ਅਤੇ ਉਸ ਨੂੰ ਸੱਚਾਈ ਦੱਸ ਦਿੱਤੀ। ਉਹ ਇੱਕ ਭਾਵੁਕ ਲੜਕਾ ਸੀ ਅਤੇ ਪੁਲਿਸ ਨੂੰ ਸੱਚ ਦੱਸਣਾ ਚਾਹੁੰਦਾ ਸੀ ਤਾਂ ਜੋ ਮੇਰੇ ਪਿਤਾ ਜੇਲ੍ਹ ਤੋਂ ਬਾਹਰ ਆ ਸਕਣ, ਪਰ ਮੇਰੇ ਪਿਤਾ ਨੇ ਉਸ ਨੂੰ ਆਪਣੀ ਭੈਣ ਨੂੰ ਇਸ ਤਰ੍ਹਾਂ ਬਦਨਾਮ ਕਰਨ ਤੋਂ ਰੋਕਿਆ ਸੀ। ਉਸ ਤੋਂ ਕੁਝ ਦਿਨਾਂ ਬਾਅਦ ਮੇਰੇ ਪਿਤਾ ਦੀ ਮੌਤ ਹੋ ਗਈ, ਪਰ ਜਦੋਂ ਤੱਕ ਉਹ ਚਲੇ ਗਏ, ਉਸ ਨੇ ਉਸ ਲੜਕੇ ਨੂੰ ਆਪਣਾ ਸ਼ਰਧਾਲੂ ਬਣਾ ਲਿਆ ਸੀ। ਲੜਕੇ ਨੇ ਸਭ ਕੁਝ ਦੱਸ ਦਿੱਤਾ ਅਤੇ ਕਿਹਾ ਕਿ ਇਹ ਸਾਰਾ ਪੈਸਾ ਉਸ ਦੀ ਬੇਇੱਜ਼ਤੀ ਦੇ ਮੁਕਾਬਲੇ ਕੁਝ ਵੀ ਨਹੀਂ ਹੈ। ਇਸ ਲੜਕੇ ਨੇ ਮੇਰੇ ਪਿਤਾ ਤੇ ਦੋਸ਼ ਲਗਾਏ ਸਨ। ਜਿਸ ਲੜਕੇ ਨੇ ਮੇਰੇ ਪਿਤਾ ਤੇ ਦੋਸ਼ ਲਗਾਏ ਸਨ, ਉਹ ਵੀ ਮੇਰੇ ਤੋਂ ਮਾਫੀ ਮੰਗਣ ਲਈ ਮੇਰੇ ਘਰ ਆਇਆ ਸੀ, ਪਰ ਫਿਰ ਮੈਂ ਬਾਹਰ ਚਲਾ ਗਿਆ। ਲੜਕੇ ਨੇ ਮੇਰੇ ਤੋਂ ਮਾਫੀ ਮੰਗੀ ਅਤੇ ਮੈਨੂੰ ਇਹ ਸਭ ਦੱਸਿਆ ਅਤੇ ਚਲਾ ਗਿਆ। ਮੈਂ ਸੋਚ ਰਿਹਾ ਸੀ ਕਿ ਇਹ ਪੈਸਾ ਮੇਰੇ ਪਿਤਾ ਦੀ ਇੱਜ਼ਤ ਅਤੇ ਸਾਡਾ ਚੰਗਾ ਸਮਾਂ ਵਾਪਸ ਲਿਆ ਸਕਦਾ ਹੈ, ਸ਼ਾਇਦ ਨਹੀਂ, ਪਰ ਉਸ ਮੁੰਡੇ ਦੀ ਸੋਚ ਨੇ ਮੈਨੂੰ ਵਿਸ਼ਵਾਸ ਦਿਲਾਇਆ ਕਿ ਹਰ ਚੀਜ਼ ਵਿੱਚ ਚੰਗਾ ਅਤੇ ਮਾੜਾ ਵਿਅਕਤੀ ਹੁੰਦਾ ਹੈ, ਚਾਹੇ ਉਹ ਅਮੀਰ ਹੋਵੇ ਜਾਂ ਗਰੀਬ। ਉਹ ਵੀ ਇੱਕ ਜ਼ਾਲਮ ਪਿਤਾ ਦਾ ਪੁੱਤਰ ਸੀ। ਉਹ ਇੱਕ ਨਰਮ ਦਿਲ ਅਤੇ ਇੱਕ ਨੇਕ ਪੁੱਤਰ ਸੀ, ਜਿਸ ਕੋਲ ਬਹੁਤ ਸਾਰਾ ਪੈਸਾ ਸੀ ਅਤੇ ਇੱਕ ਬਹੁਤ ਹੀ ਦਿਆਲੂ ਅਤੇ ਚੰਗਾ ਲੜਕਾ ਸੀ। ਜੇਕਰ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ, ਇਸ ਨੂੰ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰੋ ਅਤੇ ਹਾਂ, ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਜੀ।